ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲ ਜਿਹੜੀ ਆ ਉਹ ਭਾਰਤ ਸਮੇਤ ਬਾਕੀ ਸੂਬਿਆਂ ਦੇ ਨਾਲ ਜੁੜੀ ਹੋਈ ਜਿਹੜੀ ਹੈ ਖਬਰ ਲਵਾਂਗੇ ਕਿ ਭਾਰਤ ਦੇ ਜਿਹੜੇ ਹਾਲਾਤ ਇਸ ਵਕਤ ਲਗਾਤਾਰ ਵਿਗੜ ਰਹੇ ਨੇ ਅਗਨੀਵੀਰਾਂ ਵਾਲੀ ਜਿਹੜੀ ਹੈ ਸਕੀਮ ਨੂੰ ਲੈ ਕੇ। ਤੇ ਹੁਣ ਭਾਰਤ ਬੰਦ ਦਾ ਅੱਜ ਸੱਦਾ ਜਿਹੜਾ ਦਿੱਤਾ ਗਿਆ, ਕਿਹੋ ਜਿਹੇ ਹਾਲਾਤ ਨੇ ਉਸ ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ। ਤਾਂ ਉਧਰ ਹੁਣ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜੇਲ੍ਹ ਜਾਣਗੇ। ਕਿਉਂ ਅਸੀਂ ਇਹ ਗੱਲਾਂ ਕਹਿ ਰਹੇ ਹਾਂ, ਕੀ ਗੱਲਬਾਤ ਹੈ? ਭਗਵੰਤ ਸਿੰਘ ਮਾਨ ਹੋਰਾਂ ਨੇ ਵੱਡਾ ਐਲਾਨ ਕੀਤਾ। ਕੀ ਐਲਾਨ ਹੈ ਭਗਵੰਤ ਸਿੰਘ ਮਾਨ ਹੋਰਾਂ ਦਾ, ਉਸ ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਸੁਖਬੀਰ ਸਿੰਘ ਬਾਦਲ ਹੋਰਾਂ ਵਾਲੀ ਖਬਰ ਤੇ ਗੱਲਬਾਤ ਕਰ ਲੈਂਦੇ ਹਾਂ। ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿੰਦੇ ਹੁਣ ਜੇਲ੍ਹ ਜਾਣਾ ਪੈ ਸਕਦਾ ਹੈ। ਸਿੱਧੇ ਤੌਰ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਐਲਾਨ ਕਰ ਦਿੱਤਾ ਕੱਲ ਕਿ ਅਸੀਂ ਸੁਖ ਵਿਲਾਸ ਦੇ ਜਿਹੜੇ ਉਹ ਕਾਗਜ਼ਾਤ ਕਢਾ ਰਹੇ ਹਾਂ ਤੇ ਜਿਹੜੇ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਕਹਿੰਦੇ ਉਹਨਾਂ ਦੀ ਜਾਇਦਾਦ ਕਹਿੰਦੇ ਜ਼ਬਤ ਕਰਕੇ ਫੇਰ ਖਜ਼ਾਨੇ ਦੇ ਵਿੱਚ ਕਹਿੰਦੇ ਪੈਸਾ ਲੈ ਕੇ ਆਵਾਂਗੇ। ਤਾਂ ਉਧਰ ਸੁਖਬੀਰ ਸਿੰਘ ਬਾਦਲ ਹੁਣੀ ਚੈਲੰਜ ਕਰ ਰਹੇ ਨੇ ਕਿ ਭਾਈ ਜੇ ਮੇਰੇ ਖਿਲਾਫ ਕੋਈ ਸਬੂਤ ਹੈ, ਮੇਰੇ ਸੁਖ ਵਿਲਾਸ ਸੰਬੰਧੀ ਕੋਈ ਗੱਲ ਹੈ ਤਾਂ ਲੈ ਕੇ ਆਓ ਸਾਹਮਣੇ। ਅਜਿਹੀ ਕਹਿੰਦੇ ਕੋਈ ਗੱਲ ਹੀ ਹੈ ਨਹੀਂ। ਸੁਖਵਿੰਦਰ ਜੀ, ਜਦੋਂ ਦਾ ਸੁਖ ਵਿਲਾਸ ਹੋਟਲ ਬਣਿਆ ਉਦੋਂ ਤੋਂ ਹੀ ਇਹ ਚਰਚਾਵਾਂ ਦੇ ਵਿੱਚ ਰਿਹਾ ਹੈਗਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਣਾ ਦੀ ਵੀ ਆਈ ਤਾਂ ਬੜਾ ਚਰਚਾਵਾਂ ਰਹੀਆਂ ਕਿ ਸੁਖ ਵਿਲਾਸ ਜਿਹੜਾ ਆ ਇਹ ਨਜਾਇਜ਼ ਬਣਿਆ। ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲਾਂ ਉਸ ਸਮੇਂ ਦੇ ਵਿੱਚ ਇਸ ਸੁਖ ਵਿਲਾਸ ਵੱਲੋਂ ਠਾਈਆਂ ਸੀ ਤੇ ਭਗਵੰਤ ਮਾਨ ਹੁਣੀ ਜਦੋਂ ਵਿਰੋਧੀ ਧਿਰ ਦੇ ਨੇਤਾ ਸਨ ਉਦੋਂ ਵੀ ਸੁਖ ਵਿਲਾਸ ਹੋਟਲ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ ਨੇ। ਤੇ ਕੱਲ ਹੁਣ ਜਦੋਂ ਸੰਗਰੂਰ 'ਚ ਜਿਹੜੀ ਜਿਮਨੀ ਚੋਣ ਹੋ ਰਹੀ ਆ 23 ਜੂਨ ਨੂੰ, ਤਾਂ ਕੱਲ ਜਿਸ ਤਰੀਕੇ ਨਾਲ ਦੋਵੇਂ ਲੀਡਰ ਆਮੋ ਸਾਹਮਣੇ ਹੋਏ ਆ ਤਾਂ ਕਈ ਤੱਥ ਜਿਹੜੇ ਆ ਉਹ ਸਾਹਮਣੇ ਆਏ ਆ। ਇਹਨਾਂ ਦੇ ਵਿੱਚ ਭਗਵੰਤ ਮਾਨ ਹੋਣਾ ਨੇ ਪਹਿਲਾਂ ਤਾਂ ਇਹ ਗੱਲ ਕਹੀ ਕਿ ਇਹ ਜਿਹੜਾ ਸੁਖ ਵਿਲਾਸ ਹੋਟਲ ਬਣਿਆ ਇਹ ਕੈਬਨਿਟ ਦੀ ਇੱਕ ਮੀਟਿੰਗ ਰੱਖ ਕੇ ਉਹਦੇ ਵਿੱਚ ਇਹਦੇ ਸੰਬੰਧੀ ਮਤਾ ਜਿਹੜਾ ਉਹ ਪਾਸ ਕਰ ਲਿਆ ਗਿਆ ਸੀ। ਤੇ ਫਿਰ ਜਦੋਂ ਹੋਟਲ ਬਣ ਗਿਆ ਉਸ ਤੋਂ ਬਾਅਦ ਇੱਕ ਮਤਾ ਹੋਰ ਪਾ ਕੇ ਕੈਬਨਿਟ ਦੀ ਇੱਕ ਹੋਰ ਮੀਟਿੰਗ ਸੱਦ ਕੇ ਤਾਂ ਬਾਅਦ ਵਿੱਚ ਕਹਿ ਦਿੱਤਾ ਗਿਆ ਕਿ ਇਹੋ ਜਿਹਾ ਮੁੜ ਕੇ ਕਦੇ ਨਹੀਂ ਹੋਵੇਗਾ। ਕਹਿਣ ਦਾ ਅਰਥ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੀ ਮਤਾ ਪਵਾ ਕੇ ਉਸ ਨੂੰ ਪਾਸ ਕਰ ਲਿਆ ਗਿਆ। ਜਿਸ ਤਰੀਕੇ ਨਾਲ ਭਗਵੰਤ ਮਾਨ ਦੇ ਹੋਟਲ ਬਾਰੇ ਇਹੀ ਗੱਲ ਉਹ ਕਹਿ ਰਹੇ ਨੇ ਭਗਵੰਤ ਮਾਨ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਉਹ ਬਣਿਆ ਉੱਥੇ ਕੋਈ ਕੰਸਟਰਕਸ਼ਨ ਨਹੀਂ ਕਹਿੰਦੇ ਹੋ ਸਕਦੀ। ਤਾਂ ਫਿਰ ਕਹਿੰਦੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਤੇ ਕਿਹਾ ਗਿਆ ਕਿ ਭਾਈ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ। ਤੇ ਕਹਿੰਦੇ ਜਦੋਂ ਆਪਦਾ ਹੋਟਲ ਬਣ ਗਿਆ ਬਾਅਦ ਚ ਕਹਿੰਦੇ ਨਾਲ ਹੀ ਕੈਬਨਿਟ ਮੀਟਿੰਗ ਬੁਲਾਈ, ਕਹਿੰਦੇ ਹੁਣ ਨਹੀਂ ਹੋ ਸਕਦੀ। ਸੋ ਹਾਂ, ਬਿਲਕੁਲ ਇਹੋ ਹੀ ਨੁਕਤਾ, ਇਸੇ ਨੁਕਤੇ ਵੱਲ ਮੈਂ ਆ ਰਿਹਾ ਸਾਂ ਤੇ ਇਸ ਨੁਕਤੇ ਦੇ ਆਧਾਰ ਤੇ ਭਗਵੰਤ ਮਾਨ ਹੋਣਾ ਨੇ ਜਿਹੜੇ ਕਾਗਜ਼ ਨੇ ਉਹ ਕੱਢ ਲਏ ਨੇ। ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਇੱਕ ਆਤਮ ਜਿਹੜਾ ਵਿਸ਼ਵਾਸ ਹੈ ਹਮੇਸ਼ਾ ਇਹਨਾਂ ਹਾਰਨ ਦੇ ਬਾਵਜੂਦ ਵੀ ਇੱਕ ਗੱਲ ਸੁਖਬੀਰ ਸਿੰਘ ਬਾਦਲ ਦੀ ਕਹਿਣੀ ਪਊਗੀ ਕਿ ਉਹਨੇ ਆਪਣਾ ਆਤਮ ਵਿਸ਼ਵਾਸ ਕਦੇ ਡੋਲਣ ਨਹੀਂ ਦਿੱਤਾ, ਕਦੇ ਆਪਣੀ ਮਾਨਸਿਕਤਾ ਨੂੰ ਇਸ ਤਰ੍ਹਾਂ ਨਹੀਂ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਹੋਣ ਦਿੱਤਾ ਕਿ ਉਹ ਕਮਜ਼ੋਰ ਪੈ ਗਿਆ ਜਾਂ ਉਹ ਡਰਦਾ ਪਿਆ ਜਾਂ ਹਾਰਦਾ ਪਿਆ। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕੱਲ ਉਸਨੇ ਭਗਵੰਤ ਮਾਨ ਉਹਨਾਂ ਨੂੰ ਚੈਲੰਜ ਕੀਤਾ ਕਿ ਠੀਕ ਆ, ਮੇਰੇ ਖਿਲਾਫ ਇੱਕ ਵੀ ਕਾਗਜ਼ ਹੈਗਾ ਕੱਢ ਕੇ ਵਿਖਾਓ, ਅਸੀਂ ਪੂਰਨ ਤੌਰ ਤੇ ਜਾਂਚ ਲਈ ਤਿਆਰ ਹਾਂ ਜਾਂ ਅਸੀਂ ਸਭ ਕੁਝ ਕਰਨ ਨੂੰ ਤਿਆਰ ਹੈਗੇ ਹਾਂ। ਸੋ ਇਹ ਤਾਂ ਆਪਣੇ ਸੁਖਵਿੰਦਰ ਜੀ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਕਿ ਗਲਤ ਕੌਣ ਆ ਤੇ ਝੂਠ ਕੌਣ ਆ, ਝੂਠ ਕੌਣ ਬੋਲਦਾ। ਜੇ ਹੁਣ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਇਹ ਤੱਥਾਂ ਨੂੰ ਵੇਖ ਲਿਆ ਕਿ ਇਹ ਤੱਥ ਉਹਨਾਂ ਦੇ ਸਾਹਮਣੇ ਆ ਗਿਆ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਵਾ ਕੇ ਪਾਸ ਕਰਵਾ ਲਿਆ ਗਿਆ ਕਿ ਉੱਥੇ ਕੰਸਟਰਕਸ਼ਨ ਹੋ ਸਕਦੀ ਆ, ਤੇ ਜਦੋਂ ਹੋਟਲ ਬਣ ਗਿਆ ਤੇ ਬਾਅਦ ਵਿੱਚ ਇਹ ਗੱਲ ਕਹਿ ਦਿੱਤੀ ਕਿ ਹੁਣ ਕੰਸਟਰਕਸ਼ਨ ਨਹੀਂ ਹੋ ਸਕਦੀ, ਤਾਂ ਫਿਰ ਤਾਂ ਅਗਲੇ ਦੇ ਦਿਨਾਂ ਦੇ ਵਿੱਚ ਹੁਣ ਇਹ ਵੇਖੋ ਕਿ ਅਗਲੇ ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਕਰਦੀ ਕੀ ਹੈ। ਕੀ ਵਾਕਿਆ ਸੁਖ ਵਿਲਾਸ ਮਾਫ ਕਰਦਾ, ਕੀ ਵਾਕਿਆ ਸੁਖਬੀਰ ਬਾਦਲ ਨੂੰ ਹੱਥ ਪਾਇਆ ਜਾਵੇਗਾ? ਕੀ ਵਾਕਿਆ ਸੁਖ ਖਿਲਾਫ ਜਿਹੜਾ ਸੁਖ ਵਿਲਾਸ ਆ ਉਹਦੇ ਖਿਲਾਫ ਜਿਹੜੀ ਕਾਰਵਾਈ ਕੋਈ ਹੋਏਗੀ ਉਸ ਨੂੰ ਜਿੰਦਰਾ ਲੱਗ ਸਕਦਾ? ਬਹੁਤ ਕੁਝ ਇਹੋ ਜਿਹੇ ਸਵਾਲ ਨੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਾਂਗਰਸ ਵਾਲੇ ਪਾਸੇ ਹੀ ਤੁਰੀ ਫਿਰਦੀ ਆ, ਹਲੇ ਅਕਾਲੀ ਦਲ ਵਾਲੇ ਪਾਸੇ ਤਾਂ ਅਣਖੀ ਸਾਹਿਬ ਉਹਨਾਂ ਨੇ ਆਉਣਾ ਹੈ। ਬਿਲਕੁਲ ਜੀ, ਇਹ ਸ਼ੁਰੂਆਤ ਉਹਨਾਂ ਨੇ ਸ਼ਾਇਦ ਸੁਖਬੀਰ ਬਾਦਲ ਤੋਂ ਹੀ ਕਰਨੀ ਆ, ਜਿਸ ਤਰੀਕੇ ਨਾਲ ਉਹਨਾਂ ਨੇ ਇਹ ਬਿਆਨ ਜਿਹੜਾ ਕੱਲ ਉਹਨਾਂ ਨੇ ਦਿੱਤਾ ਹੈਗਾ। ਬਾਕੀ ਸੁਖਵਿੰਦਰ ਜੀ, ਇਹ ਅਸਲ ਬਿਆਨਾਂ ਦੀ ਅਸਲੀਅਤ ਕੀ ਆ? ਇਹ ਵਾਕਈ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਕੁ ਗੰਭੀਰ ਆ ਇਹਨਾਂ ਮੁੱਦਿਆਂ ਦੇ ਪ੍ਰਤੀ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਇਹਨਾਂ ਮੁੱਦਿਆਂ ਦੇ ਪ੍ਰਤੀ ਜਿਹੜਾ ਇਹਨਾਂ ਲੋਕਾਂ ਵੱਲੋਂ ਭ੍ਰਿਸ਼ਟਾਚਾਰ ਫੈਲਾਇਆ ਗਿਆ ਉਹਨਾਂ ਪ੍ਰਤੀ ਕਿੰਨੀ ਗੰਭੀਰ ਆ, ਇਸ ਦਾ
ਅਸਲ ਜਿਹੜਾ ਪਤਾ ਆ ਉਹ 23 ਜੂਨ ਤੋਂ ਬਾਅਦ ਲੱਗੇਗਾ, ਕਿਉਂਕਿ 23 ਜੂਨ ਤੱਕ ਤਾਂ ਸੰਗਰੂਰ ਦੀ ਜਿਮਨੀ ਚੋਣ ਹੋਣੀ ਆ। ਤਾਂ ਉਸ ਜਿਮਨੀ ਚੋਣ 'ਚ ਹਰ ਬੰਦੇ ਨੇ, ਹਰ ਪਾਰਟੀ ਨੇ ਇੱਕ ਦੂਜੇ ਤੋਂ ਵੱਧ ਕੇ ਇਹੋ ਜਿਹੀ ਬਿਆਨਬਾਜ਼ੀ ਕਰਨੀ ਆ। ਹੁਣ ਇਹਨਾਂ ਬਿਆਨਬਾਜ਼ਾਂ ਦੇ ਪਿੱਛੇ ਅਸਲ ਕਹਾਣੀ ਹੈ ਕਿ ਇਹ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਸੁੱਖ ਵਿਲਾਸ ਦੇ ਸੰਬੰਧ 'ਚ ਜਾਂ ਚੰਨੀ ਦੇ ਸੰਬੰਧ 'ਚ, ਕੀ ਇਹ ਬਿਆਨ ਕੇਵਲ ਜਿਮਨੀ ਚੋਣ ਦੇ ਧਿਆਨ ਵਿੱਚ ਰੱਖ ਕੇ ਕੇਂਦਰਿਤ ਹੋ ਰਹੇ ਨੇ, ਤੇ ਜਾਂ ਵਾਕਿਆ ਹੀ ਕੋਈ ਕਾਰਵਾਈ ਜਿਹੜੀ ਆ ਹੋਣ ਵਾਲੀ ਆ। ਅਸਲ 'ਚ 23 ਜੂਨ ਤੋਂ ਬਾਅਦ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਨਾਲ ਹਮਲਾਵਰ ਰੁਖ ਅਪਣਾ ਕੇ ਇਹਨਾਂ ਬੰਦਿਆਂ ਨੂੰ ਅੰਦਰ ਠੋਕਦੀ ਹੈ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਹੋਣ। ਮੈਨੂੰ ਤਾਂ ਸੁਖਵਿੰਦਰ ਜੀ ਇਹ ਵੀ ਲੱਗਦਾ ਕਿ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਲੱਗਾ ਕਿ ਕੈਪਟਨ ਦੇ ਸਿਸਵਾ ਫਾਰਮ ਦੇ ਕਾਗਜ਼ ਕੱਢ ਲਿਆਵੇ, ਕਿਉਂਕਿ ਉਹ ਵੀ ਕਹਿੰਦੇ ਉਸੇ ਰੋਡ ਤੇ ਹੀ ਬਣਿਆ ਕਿ ਜਿੱਥੇ ਸੁੱਖ ਵਿਲਾਸ ਆ ਉਹਦੇ ਲਾਗੇ ਹੀ ਸਿਸਵਾ ਫਾਰਮ ਹੈਗਾ। ਤਾਂ ਕੱਲ ਨੂੰ ਜੇਕਰ ਸੁਖਬੀਰ ਮਾਫ ਕਰਨਾ ਕਿ ਜੇਕਰ ਭਗਵੰਤ ਸਿੰਘ ਮਾਨ ਹੁਣ ਦੂਜੇ ਪਾਸੇ ਹੋ ਤੁਰਦੇ ਆ ਤਾਂ ਸ਼ਾਇਦ ਕਹਾਣੀਆਂ ਕੁਝ ਹੋਰ ਹੀ ਬਣ ਜਾਣ। ਪਰ ਇਹ ਅਸਲ ਸਥਿਤੀ ਜਿਹੜੀ ਆ ਇਹ 23 ਜੂਨ ਤੋਂ ਬਾਅਦ ਜਿਹੜੀ ਆ ਉਹ ਪਤਾ ਲੱਗੇਗੀ। ਬਾਕੀ ਅਸੀਂ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਵਾਸਤੇ ਜਿਹੜੇ ਆਉਂਦੇ ਦਿਨ ਨੇ ਇਹ ਮੁਸ਼ਕਲਾਂ ਭਰੇ ਹੋ ਸਕਦੇ ਆ। ਕੱਲ ਦੀ ਰੈਲੀ ਦੇ ਵਿੱਚ ਵੀ ਜਿਸ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਹੋਣੀ ਵਲਟੋਏ ਦੇ ਖਿਲਾਫ ਬੋਲੇ ਜਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲੇ, ਉਦੋਂ ਵੀ ਪਤਾ ਲੱਗ ਗਿਆ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕੋ ਮੁੱਦੇ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰਿਆ ਤੇ ਇਸ ਨੂੰ ਇੱਕ ਪੰਥਕ ਮੁੱਦਾ ਬਣਾਉਣ ਦੀ ਆੜ ਦੇ ਵਿੱਚ ਸੀ। ਸ਼ਾਇਦ ਇਹਦੇ ਹੱਥੋਂ ਇਹ ਵੀ ਮੁੱਦਾ ਜਿਹੜਾ ਖਿਸਕ ਜਾਣਾ ਤੇ ਇਸ ਸੰਗਰੂਰ ਦੀ ਜਿਮਨੀ ਚੋਣ ਤੋਂ ਬਾਅਦ ਹੋ ਸਕਦਾ ਕਿ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਬਗਾਵਤ ਹੋਣ ਦੇ ਆਸਾਰ ਹੈਗੇ ਆ। ਪਰ ਦੂਜੇ ਪਾਸੇ ਇਹ ਵੀ ਗੱਲ ਨਾਲ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਕੋਈ ਨੇਤਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਖਾਈ ਨਹੀਂ ਦਿੰਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਕਰ ਸਕੇ। ਭਾਵ ਕਿ ਉਹਨਾਂ ਨੇ ਵੀ ਦੂਜੀ ਕਤਾਰ ਦਾ ਨੇਤਾ ਕੋਈ ਪਾਰਟੀ ਦੇ ਵਿੱਚ ਪੈਦਾ ਹੀ ਨਹੀਂ ਹੋਣ ਦਿੱਤਾ। ਜਿਹੜਾ ਇੱਕ ਹੈਗਾ ਸੀ ਉਹ ਵੈਸੇ ਜੇਲ੍ਹ ਦੇ ਵਿੱਚ ਆ। ਸੋ ਸ਼੍ਰੋਮਣੀ ਅਕਾਲੀ ਦਲ ਦੀ ਵੀ ਹਾਲਤ ਉਸੇ ਤਰੀਕੇ ਦੀ ਆ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਹੈਗੀ ਜੀ। ਉਧਰ ਕਾਂਗਰਸ ਦੀ ਵੀ ਉਹੀ ਹਾਲ ਹੈ ਕਿ ਜਿਹੜਾ ਇੱਕ ਲੀਡਰ ਹੈਗਾ ਸੁਣਨ ਚੌਲ ਉਹ ਵੀ ਜੇਲ੍ਹ 'ਚ ਬੈਠਾ। ਤੇ ਚਲੋ ਗੱਲ ਆਪਾਂ ਅਗਲੀ ਖਬਰ ਦੀ ਅੰਕਿਤ ਸਾਹਿਬ, ਵਿਜੀਲੈਂਸ ਨੇ ਕਹਿੰਦੇ ਤਾਣਾ ਬਾਣਾ ਪੂਰਨ ਤਰੀਕੇ ਦੇ ਨਾਲ ਕਹਿੰਦੇ ਬੁਣਦੇ ਆ ਤੇ ਹੁਣ ਤਾਂ ਕਹਿੰਦੇ ਕਾਂਗਰਸ ਦੇ ਵਿਧਾਇਕ ਜਿਹੜੇ ਗ੍ਰਿਫਤਾਰ ਨੇ ਉਹਨਾਂ ਦੀ ਵੀ ਕਹਿੰਦੇ ਕਿ ਹਾਲਤ ਵਿਗੜੀ ਹੈ ਤੇ ਵਿਜੀਲੈਂਸ ਨੇ ਉਹਨਾਂ ਤੇ ਵੀ ਜਿਹੜਾ ਆਮਦਨ ਤੋਂ ਵੱਧ ਕਰਕੇ ਸਰਗਰਮ ਹੋ ਗਈ ਹੈ। ਤੇ ਬਾਕੀ ਜਿਹੜੇ ਬਚਦੇ ਨੇ ਚਾਹੇ ਉਹ ਪਿਛਲੀਆਂ ਸਰਕਾਰਾਂ ਦੇ ਨੇ ਚਾਹੇ ਕੋਈ ਵੀ ਹੈ, ਕਹਿੰਦੇ ਕਿ ਉਹਨਾਂ ਸਾਰਿਆਂ ਤੇ ਰੇਤ ਮਾਈਨਿੰਗ ਨੂੰ ਲੈ ਕੇ ਜਿਹੜਾ ਵਿਜੀਲੈਂਸ ਨੇ ਤਾਣਾ ਬਾਣਾ ਬੁਣਦਿਆ ਕੀ ਲੱਗਦਾ ਕਿ ਕਿਹੜੇ ਕਿਹੜੇ ਲੋਕਾਂ ਤੇ ਗਾਜ ਜਿਹੜੀ ਉਹ ਡਿੱਗਣ ਜਾ ਰਹੀ ਹੈ? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਵਿਜੀਲੈਂਸ ਇਸ ਵੇਲੇ ਐਕਟਿਵ ਹੋਈ ਆ ਜਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਮੌਜੂਦਾ ਜਿਹੜੀ ਆ ਇਹਨਾਂ ਮਾਮਲਿਆਂ ਨੂੰ ਲੈ ਕੇ ਗੰਭੀਰ ਹੈਗੀ ਆ, ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਕੋਈ ਵੀ ਸਾਬਕਾ ਵਿਧਾਇਕ ਇਹ ਚੱਕਰ ਚੋਂ ਬਚੇ। ਹੁਣੇ ਤੱਥ ਜਿਹੜੇ ਸਾਹਮਣੇ ਆਏ ਆ ਸੰਗਤ ਸਿੰਘ ਗਿਲਜੀਆ ਤੇ ਸਾਧੂ ਸਿੰਘ ਧਰਮਸੋਤ ਜਿਹੜੇ ਦੋ ਬੰਦੇ ਇੱਕ ਫੜਿਆ ਗਿਆ ਤੇ ਇੱਕ ਦੇ ਨਾਂ ਤੇ ਜਿਹੜੇ FIR ਦਰਜ ਆ। ਜੰਗਲਾਤ ਵਿਭਾਗ ਦੇ ਉਸ ਜ਼ਮੀਨ ਦੇ ਵਿੱਚੋਂ ਰੇਤ ਕੱਢਣ ਦੇ ਨਾਲ ਨਾਲ ਸਤਲੁਜ ਦੇ ਵਿੱਚੋਂ ਜਿਹੜਾ ਪਾਣੀ ਹੈ ਚੱਲਦੇ ਪਾਣੀ ਚੋਂ ਵੀ ਰੇਤ ਇਹਨਾਂ ਲੋਕਾਂ ਨੇ ਕੱਢੀ ਆ ਤੇ 80 ਕਰੋੜ ਰੁਪਏ ਦਾ ਘਪਲਾ ਜਿਹੜਾ ਆ ਉਹ ਕਹਿੰਦੇ ਆ ਕਿ ਉਹ ਫਾਇਦਾ ਮਾਈਨਿੰਗ ਦੇ ਵਿੱਚੋਂ ਇਹਨਾਂ ਨੇਤਾਵਾਂ ਦੇ ਖਾਸਮ ਖਾਸਾਂ ਨੂੰ ਹੋਇਆ। ਜੇ 80 ਕਰੋੜ ਰੁਪਇਆ ਇਹਨਾਂ ਦੇ ਖਾਸਮ ਖਾਸ ਚਮਕੌਰ ਸਿੰਘ ਵਰਗਾ ਬੰਦਾ ਤੇ ਇਕਬਾਲ ਸਿੰਘ ਵਰਗੇ ਬੰਦੇ ਜਿਹੜੇ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਕਲੋਜ਼ ਮੰਨੇ ਜਾਂਦੇ ਨੇ ਖਾਸਮ ਖਾਸ, ਉਹ 80 ਕਰੋੜ ਕੱਲੇ ਤੇ ਨਹੀਂ ਡਕਾਰ ਗਏ। ਉਹ 80 ਕਰੋੜ ਕਿੱਥੋਂ ਤੱਕ ਗਏ ਹੋਣਗੇ ਜਿਨ੍ਹਾਂ ਨੇ ਸਤਲੁਜ ਦੇ ਚੱਲਦੇ ਪਾਣੀ ਚੋਂ ਰੇਤ ਬਾਹਰ ਕੱਢ ਲਈ। ਮਤਲਬ ਇੱਥੋਂ ਤੱਕ ਤੁਸੀਂ ਦੇਖੋ ਕਿ ਬੀਤੇ ਦੌਰ 'ਚ ਕੀ ਕੁਝ ਹੁੰਦਾ ਰਿਹਾ ਤੇ ਤਾਂ ਹੀ ਫਿਰ ਰੇਤ ਦੇ ਜਿਹੜਾ ਭਾਅ ਨੇ ਅਸਮਾਨੀ ਛੂਹਣ ਲੱਗੇ। ਤੇ ਜੇ ਨਵਜੋਤ ਸਿੰਘ ਸਿੱਧੂ ਰੌਲਾ ਪਾਉਂਦਾ ਰਿਹਾ ਤਾਂ ਫਿਰ ਉਹ ਠੀਕ ਪਾਉਂਦਾ ਰਿਹਾ ਕਿ ਇਹਦੇ ਸੰਬੰਧੀ ਪਾਲਿਸੀ ਇੱਕ ਬਣਾਓ। ਖੈਰ ਇਹ ਇੱਕ ਅਲੱਗ ਵਿਸ਼ਾ। ਹੁਣ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਕਿ ਵਿਜੀਲੈਂਸ ਕਿਸ ਤਰੀਕੇ ਨਾਲ ਜਾਂਚ ਕਰੇ, ਵਿਜੀਲੈਂਸ ਇਸ ਮੁੱਦੇ ਤੇ ਉਸਨੇ ਇੱਕ ਤਕਨੀਕੀ ਟੀਮ ਜਿਹੜੀ ਆ ਉਹ ਤਿਆਰ ਕੀਤੀ ਆ ਜਿਹੜੀ ਡਰੋਨ ਦੇ ਸਹਾਇਤਾ ਦੇ ਨਾਲ ਤੇ ਬਾਕੀ ਹੋਰ ਜਿਹੜੇ ਆਧੁਨਿਕ ਸਾਧਨਾਂ ਦੇ ਨਾਲ ਜਿੱਥੋਂ ਮਾਈਨਿੰਗ ਹੁੰਦੀ ਹੈ ਜਾਂ ਹੋ ਰਹੀ ਆ ਜਾਂ ਬੀਤੇ ਦੌਰ 'ਚ ਹੋਈ ਆ ਕਿਸ ਤਰੀਕੇ ਨਾਲ ਹੋਈ ਆ ਉਹਦੀ ਜਾਂਚ ਕਰ ਰਹੀ ਆ। ਔਰ ਉਸਦੀ ਜਾਂਚ ਦੇ ਨਾਲ ਨਾਲ ਇਹ ਵੀ ਉਹਦੇ ਰਡਾਰ ਤੇ ਆ ਕਿ ਕਿੰਨੇ ਕਰੋੜ ਰੁਪਏ ਦਾ ਘਪਲਾ ਜਿਹੜਾ ਜਾਂ ਮੁਨਾਫਾ ਜਿਹੜਾ ਇਹਨਾਂ ਨੇ ਜਿਹੜੇ ਸੰਬੰਧਤ ਵਿਧਾਇਕ ਸਨ ਜਾਂ ਸੰਬੰਧਤ ਮੰਤਰੀ ਸਨ ਉਹਨਾਂ ਨੇ ਕੀਤਾ। ਹੁਣ ਜੇਕਰ ਦੋ ਮੰਤਰੀਆਂ ਸੰਗਤ ਸਿੰਘ ਗਿਲਜੀਆ ਤੇ ਸਾਧੂ ਸਿੰਘ ਧਰਮਸੋਤ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਜਿਹੜੇ ਨੇ ਉਹਨਾਂ ਤੇ ਕਰੋੜਾਂ ਦੇ ਹਿਸਾਬ ਦੇ ਨਾਲ ਮੁਨਾਫੇ ਡਕਾਰਨ ਦੀਆਂ ਜਿਹੜੀਆਂ ਚੀਜ਼ਾਂ ਮਿਲਦੀਆਂ ਪਈਆਂ ਨੇ ਤਾਂ ਸਿੱਧੂ ਸਾਹਿਬ ਫਿਰ ਤੁਸੀਂ ਆਪੇ ਹਿਸਾਬ ਲਾਓ ਕਿ ਕੀ ਕੁਝ ਕਿੰਨੀ ਹੰਢੇਰਗਰਦੀ ਮਚੀ ਹੋਊਗੀ। ਹੁਣ ਜੋਗਿੰਦਰਪਾਲ ਭੁਆਜੇ ਦੀ ਤੁਸੀਂ ਗੱਲ ਕਰ ਰਹੇ ਜੇ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਉਹਨਾਂ ਨੇ ਦਿਲ ਦੀ ਸ਼ਿਕਾਇਤ ਆਪਣੀ ਦਰਜ ਕਰਵਾਈ।
ਤਾਂ ਕਹਿੰਦੇ ਨੇ ਮੈਂ 2 ਵਾਰੀ 3 ਵਾਰੀ ਆਪਾਂ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਹਾਂ ਕਿ ਜਿਸ ਵਾਰੀ 2017 'ਚੋਂ ਪਹਿਲੀ ਵਾਰ ਚੋਣ ਲੜਦਾ ਤਾਂ ਉਹ ਹਲਫੀਆ ਬਿਆਨ ਦਿੱਤਾ ਕਿ ਮੇਰੀ ਆਮਦਨ 6 ਕਰੋੜ ਦੀ ਹੈ। ਤਾਂ ਜਦੋਂ 22 ਹਲਫੀਆ ਬਿਆਨ ਦਿੰਦਾ ਉਹ 20 ਕਰੋੜ ਤੱਕ ਪਹੁੰਚ ਚੁੱਕੀ ਹੁੰਦੀ। ਤੇ ਹਾਲਾਂਕਿ 2 ਸਾਲ ਇਹਦੇ ਵਿੱਚ ਕਰੋਨਾ ਕਰਕੇ ਲੋਕ ਘਰਾਂ 'ਚ ਰਹੇ। ਹੁਣ ਕਿਹੜਾ ਏਡਾ ਦਾ ਬਿਜ਼ਨਸ ਆ ਕਿ ਜਿਹੜਾ ਮਤਲਬ 3 ਜਾਂ 4 ਸਾਲਾਂ ਦੇ ਵਿੱਚ ਹੀ ਉਹ 3 ਗੁਣਾ ਹੋ ਗਿਆ। ਸੋ ਇਹੋ ਜਿਹੀਆਂ ਜਿਹੜੀਆਂ ਜਾਂਚ ਨੇ, ਇਹੋ ਜਿਹੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਆਹ ਪੰਜਾਬ ਨੂੰ ਰੱਜ ਕੇ ਲੁੱਟਿਆ, ਕੁੱਟਿਆ, ਠੱਗਿਆ, ਸਭ ਕੁਝ ਕੀਤਾ। ਤੇ ਫਿਰ ਇਹ ਬੰਦਾ ਉਦੋਂ ਵੀ ਚਰਚਾਵਾਂ 'ਚ ਆਇਆ ਜਦੋਂ ਇੱਕ ਨੌਜਵਾਨ ਨੇ ਇਹਨੂੰ ਪੁੱਛਿਆ ਕਿ ਵਿਧਾਇਕ ਸਾਹਿਬ ਤੁਸੀਂ ਇਹ ਦੱਸੋ ਕਿ ਸਾਡੇ ਹਲਕੇ 'ਚ ਕੰਮ ਕਿਹੜੇ ਕੀਤੇ ਨੇ। ਇਹਨੇ ਫੜ ਕੇ ਉਹਨੂੰ ਸੱਦ ਕੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਹੁਣ ਇਹ ਬੰਦਾ ਹਸਪਤਾਲ ਦੇ ਵਿੱਚ ਬਿਮਾਰ ਪਿਆ, ਘਰ ਦੀ ਇਹਦੀ ਵੈਸੇ ਫਰਾਰ ਆ, ਬੱਚਾ ਵੀ ਫਰਾਰ ਆ ਗ੍ਰਿਫਤਾਰੀ ਤੇ ਡਰ। ਹੁਣ ਇਹੋ ਜਿਹੇ ਵਿਅਕਤੀ ਕਾਂਗਰਸ ਦੇ ਰਾਜਕਾਲ ਦੇ ਵਿੱਚ ਜਿਨ੍ਹਾਂ ਨੇ ਗੱਫੇ ਲੁੱਟੇ ਆ ਜਾਂ ਗੱਫੇ ਪ੍ਰਾਪਤ ਛਕੇ ਆ, ਤੇ ਕਿਹਨਾਂ ਦੇ ਛਕੇ ਆ? ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਦੇ ਹੇਠ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ ਦੇ ਹੇਠ। ਸ਼ਾਇਦ 4.5 ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਡਰ ਇੰਨਾ ਕੁ ਹੋਊਗਾ ਕਿ ਹਿੱਸਾ ਪੱਤੀ ਜਿਹੜੀ ਆ ਉਹ ਬਰਾਬਰ ਦੀ ਜਾਂ ਥੋੜੀ ਬਹੁਤੀ ਜਾਂਦੀ ਹੋਊਗੀ। ਪਰ ਜਿਹੜੇ 90 ਦਿਨ ਚਰਨਜੀਤ ਸਿੰਘ ਚੰਨੀ ਦੇ ਰਾਜਕਾਲ ਦੇ ਰਹੇ ਨੇ, ਉਹਦੇ ਤੋਂ ਤਾਂ ਇਦਾਂ ਲੱਗਦਾ ਕਿ ਉਹ ਆਪਣੇ ਆਪ ਨੂੰ ਗਰੀਬ ਬੰਦਾ ਕਹਿ ਕੇ ਬਾਕੀ ਸਾਰੇ ਪੰਜਾਬ ਨੂੰ ਗਰੀਬ ਕਰ ਗਿਆ। ਕਿ ਜਿਸ ਤਰੀਕੇ ਨਾਲ ਲੁੱਟ ਉਹਦੇ ਬੰਦਿਆਂ ਨੇ ਕੀਤੀ ਜਾਂ ਜਿਸ ਤਰੀਕੇ ਦੇ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ, ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਸਕਦਾ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਜੇਕਰ ਉਸ ਦਾ ਵਿਧਾਇਕ ਕੋਈ ਵੀ ਇਹੋ ਜਿਹੀ ਠੱਗੀ ਮਾਰਦਾ ਤਾਂ ਇਸ ਦਾ ਸਾਫ਼ ਅਰਥ ਆ ਉਹ ਵੀ ਜ਼ਿੰਮੇਵਾਰ ਆ। ਤੇ ਜੋਗਿੰਦਰਪਾਲ ਭੂਆ ਦੇ ਸੰਬੰਧ 'ਚ ਕਹਿੰਦੇ ਇਹ ਇੱਕ ਖਾਸ ਸਿਫਤ ਵਾਲੀ ਖਾਸ ਗੱਲ ਆ ਕਿ ਉਹ ਜਿਹੜਾ ਆਪਣੀ ਹਿੱਸਾ ਪੱਤੀ ਦਾ ਪੂਰਾ ਧਿਆਨ ਰੱਖਦਾ ਸੀ, ਕਿਸੇ ਨੂੰ ਨਿਰਾਸ਼ ਨਹੀਂ ਸੀ ਕਰਦਾ। ਜੋ ਹਿੱਸਾ ਬਣਦਾ ਸੀ ਪੂਰੀ ਇਮਾਨਦਾਰੀ ਦੇ ਨਾਲ ਅਗਲੇ ਦੇ ਘਰ ਜਿਹੜਾ ਪਹੁੰਚਾ ਦਿੰਦਾ ਸੀ। ਸੋ ਆ ਵਿਜੀਲੈਂਸ ਹੁਣ ਕੱਢਣ ਲੱਗੀ ਆ, ਪਰ ਵੇਖਣਾ ਇਹ ਹੋਵੇਗਾ ਆਪਣੇ ਸਿੱਧੂ ਜੀ ਕਿ ਵਿਜੀਲੈਂਸ ਕੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਹੈ ਤੇ ਜਾਂ ਇਹ ਵੀ ਇੱਕ ਖਾਨਾ ਪੂਰਤੀ, ਰਾਜਸੀ ਖਾਨਾ ਪੂਰਤੀ ਕਰਕੇ ਜਿਸ ਤਰੀਕੇ ਨਾਲ ਬਦਲਾ ਲਓ ਕਾਰਵਾਈ ਦੀ ਗੱਲ ਕਰਦੇ। ਹਾਲਾਂਕਿ ਬਦਲਾ ਲਓ ਇਹਨਾਂ ਨੇ ਕਾਹਦਾ ਕਰਨਾ, ਪਰ ਕੀ ਵਿਜੀਲੈਂਸ ਇਮਾਨਦਾਰੀ ਨਾਲ ਆਪਣਾ ਕੰਮ ਕਰੇਗੀ? ਕਿ ਵਾਕਿਆ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਇੱਕ ਬਦਲਾਵ ਆਇਆ? ਤੇ ਜਾਂ ਇਹ ਵੀ ਗੱਲ ਘੱਟੇ ਕੌਡੀਆਂ ਦੇ ਵਿੱਚ ਥੋੜਾ ਬਹੁਤਾ ਰੈਲੀਆਂ ਚੋਣਾਂ ਤੋਂ ਪਹਿਲਾਂ ਕਰਾ ਕੇ ਮਸਲੇ ਜਿਹੜੇ ਘੱਟੇ ਕੌਡੀਆਂ 'ਚ ਰੂਪ ਦਿੱਤੇ ਜਾਣਗੇ, ਕਿਤੇ ਇਸ ਤਰ੍ਹਾਂ ਨਾ ਹੋਵੇ। ਕਿਉਂਕਿ ਇਹੋ ਜਿਹੇ ਦੌਰ ਬੜੇ ਵੇਖੇ ਨੇ। ਸੁਖਵਿੰਦਰ ਜੀ 2002 ਦੀ ਮੈਂ ਗੱਲ ਲੱਗਾ ਕਰ, ਉਦੋਂ ਸੁੱਚਾ ਸਿੰਘ ਲੱਗਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਤਗੜੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਤੇ 6-7 ਮਹੀਨੇ ਸੁੱਚਾ ਸਿੰਘ ਲੱਗਾ ਘਰ ਨਹੀਂ ਸੀ ਵੜਿਆ, ਭਗੌੜਾ ਕਰਾਰ ਦੇ ਦਿੱਤਾ। ਉਹਨਾਂ ਪਿਓ ਪੁੱਤਾਂ ਨੂੰ ਫੜ ਕੇ ਇੱਕ ਦਿਨ ਪਟਿਆਲਾ ਜੇਲ੍ਹ 'ਚ ਵੀ ਕੈਪਟਨ ਨੇ ਠੋਕ ਦਿੱਤਾ ਸੀ। ਬਾਅਦ ਦੇ ਵਿੱਚ ਹਾਲਾਤ ਕੀ ਬਣੇ? ਬਾਅਦ 'ਚ ਮਸਲੇ ਸਾਰੇ ਫਿਰ ਠੰਡੇ ਬਸਤੇ 'ਚ ਪਾ ਦਿੱਤੇ ਗਏ। ਉਹੀ ਕੈਪਟਨ, ਉਹੀ ਸੁਖਬੀਰ ਸਿੰਘ ਬਾਦਲ, ਉਹੀ ਸੁੱਚਾ ਸਿੰਘ ਲੱਗਾ। ਚਲੋ ਸੁੱਚਾ ਸਿੰਘ ਲੱਗਾ ਤੇ ਬਾਅਦ 'ਚ ਹੋਰ ਵੀ ਕਈਆਂ ਮਸਲਿਆਂ 'ਚ ਉਹ ਫਸਦੇ ਰਹੇ ਆ, ਪਰ ਬਾਅਦ ਵਿੱਚ ਸਾਰਾ ਕੁਝ ਖਤਮ ਜਿਹਾ ਹੋ ਜਾਂਦਾ। ਸੋ ਇਹ ਵੇਖਣਾ ਪਏਗਾ ਕਿ ਵਿਜੀਲੈਂਸ ਅਗਰ ਜਿਨ੍ਹਾਂ ਬੰਦਿਆਂ ਦੇ ਖਿਲਾਫ ਕਰ ਰਹੀ ਹੈ ਕਾਰਵਾਈ, ਕੀ ਉਹ ਬੰਦੇ ਆਪਣੇ ਅੰਜਾਮ ਤੱਕ ਪਹੁੰਚ ਰਹੇ ਆ ਕਿ ਜਾਂ ਇੱਥੇ ਕੰਮ ਖਤਮ ਹੋ ਜਾਂਦਾ। ਇਹ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਹੋਵੇਗਾ ਜੀ। ਬਿਲਕੁਲ। ਅਗਲੀ ਖਬਰ ਦੀ ਆਪਾਂ ਗੱਲਬਾਤ ਕਰ ਲਈਏ। ਅਣਖੀ ਸਾਹਿਬ, ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਸੀ ਤੇ ਪਹਿਲਾਂ ਜਾ ਕੇ ਟੈਂਕੀਆਂ ਤੇ ਜਿਹੜੇ ਅਧਿਆਪਕਾਂ ਨੂੰ ਮਿਲਦਾ ਸੀਗਾ ਤੇ ਕਹਿੰਦਾ ਹੁੰਦਾ ਸੀਗਾ ਕਿ ਭਾਈ ਜਦੋਂ ਸਾਡੀ ਸਰਕਾਰ ਆਈ ਤਾਂ ਤੁਸੀਂ ਸੜਕਾਂ ਤੇ ਨਹੀਂ, ਟੈਂਕੀਆਂ ਤੇ ਨਹੀਂ, ਸਗੋਂ ਦੀ ਤੁਸੀਂ ਸਕੂਲਾਂ 'ਚ ਘੁੰਮੋਗੇ। ਸਰਕਾਰ ਆਈ ਨੂੰ ਅਣਖੀ ਸਾਹਿਬ 3 ਮਹੀਨੇ ਹੋ ਗਏ ਆ ਤੇ ਧਰਨਾ ਲਾਈ ਬੈਠੇ ਆ। ਅਧਿਆਪਕਾਵਾਂ ਨੂੰ ਵੀ ਕਈ ਚਿਰ ਹੋ ਗਿਆ ਸਰਕਾਰ ਬਣਨ ਤੋਂ ਬਾਅਦ। ਪਹਿਲਾਂ ਤਾਂ ਕਿਸੇ ਨੇ ਸਾਰ ਨਹੀਂ ਲਈ। ਪਹਿਲਾਂ ਕੋਈ ਵੀ ਜਾ ਕੇ ਜਿਹੜਾ ਉੱਥੇ ਕੁਛ ਜੇ ਮੈਂ ਕਹਾਂ ਤਾਂ ਜਾ ਕੇ ਕੋਈ ਉਹਨਾਂ ਦੀ ਗੱਲਬਾਤ ਨਹੀਂ ਸੀ ਸੁਣਨਾ ਚਾਹੁੰਦਾ, ਇਹਨਾਂ ਦਾ ਕੋਈ ਵਿਧਾਇਕ ਚਾਹੇ ਮੰਤਰੀ। ਤਾਂ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਅਰਵਿੰਦ ਕੇਜਰੀਵਾਲ ਆ ਰਿਹਾ ਹੈ ਤੇ ਅਧਿਆਪਕ ਜਿਹੜੇ ਆ ਉਹ ਟੈਂਕੀਆਂ ਤੇ ਚੜੇ ਹੋਏ ਨੇ, ਤਾਂ ਕੱਲ ਨੀਨਾ ਮਿੱਤਲ ਗਏ, ਉੱਥੇ ਉਹਨਾਂ ਨੂੰ ਭਰੋਸਾ ਦਿਵਾਇਆ। ਕੱਲ ਨੀਨਾ ਮਿੱਤਲ ਨੇ ਛੇਤੀ ਹੋਈ ਉਹਨਾਂ ਅਧਿਆਪਕਾਵਾਂ ਨੂੰ ਜਿਹੜਾ ਆਪਣੀਆਂ ਧੀਆਂ ਵੀ ਬਣਾ ਲਿਆ ਤੇ ਥੱਲੇ ਲਿਆਏ। ਕਿਤੇ ਕੇਜਰੀਵਾਲ ਦਾ ਅੱਜ ਰੋਡ ਸ਼ੋਅ ਆ, ਕਿਤੇ ਉਹਦੇ ਵਿੱਚ ਵਿਘਨ ਨਾ ਪਾ ਦੇਣ। ਉਧਰ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਵੱਖ-ਵੱਖ ਜਥੇਬੰਦੀਆਂ, ਚਾਹੇ ਉਹ ਜਿਹੜੇ 2016 ਦੇ ਵਿੱਚ ਪੁਲਿਸ ਭਰਤੀ ਵਾਲੇ ਸੀਗੇ ਲੋਕ, ਚਾਹੇ ਉਹ ਵੱਖ-ਵੱਖ ਜਥੇਬੰਦੀਆਂ, ਚਾਹੇ ਕੋਈ ਵੀ ਸੀਗੀਆਂ, ਉਹ ਵੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਾਈ ਬੈਠੀਆਂ ਸੀ। ਉਹਨਾਂ ਦੀ ਵੀ ਕੋਈ ਸਾਰ ਨਹੀਂ ਸੀ ਸੁਣੀ ਜਾਂਦੀ। ਤਾਂ ਹੁਣ ਕਹਿੰਦੇ ਕਿ ਕੱਲ ਭਗਵੰਤ ਮਾਨ ਨੇ ਇੱਕ ਕਰਕੇ ਉਹਨਾਂ ਜਥੇਬੰਦੀਆਂ ਦੇ ਨਾਲ ਵੀ ਮੁਲਾਕਾਤ ਕਰ ਲਈ ਹੈ ਤਾਂ ਜੋ ਕੇਜਰੀਵਾਲ ਦੇ ਇਸ ਰੋਡ ਸ਼ੋਅ ਦੇ ਵਿੱਚ ਵਿਘਨ ਨਾ ਪਵੇ। ਕਿਵੇਂ ਦੇਖਦੇ ਹੋ ਇਸ ਨਾਟਕੀ ਢੰਗ ਨੂੰ? ਜੇ ਕੇਜਰੀਵਾਲ ਨੇ ਆਉਣਾ ਸੀ ਤਾਂ ਕੇਜਰੀਵਾਲ ਆ ਕੇ ਮਿਲ ਲੈਂਦਾ ਫਿਰ ਇਹਨਾਂ ਅਧਿਆਪਕਾਵਾਂ ਨੂੰ, ਤੇ ਕੀ ਕੇਜਰੀਵਾਲ ਮਿਲੇਗਾ ਵੀ ਜਾਂ ਨਹੀਂ ਮਿਲੇਗਾ? ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਅਣਖੀ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੀ ਖਬਰ ਨੂੰ?
ਦੇਖੋ ਜੀ, ਉਹ ਮੁੱਖ ਮੰਤਰੀ ਜਾਂ ਉਹ ਆਮ ਆਦਮੀ ਪਾਰਟੀ ਦਾ ਮਾਫ ਕਰਨਾ, ਉਹ ਸੁਪਰੀਮੋ ਹੀ ਕਿਸੇ ਪਾਰਟੀ ਦਾ ਕੀ ਹੋਇਆ ਜਿਹੜਾ ਮਤਲਬ ਜਦੋਂ ਰਾਜ ਸਰਕਾਰ ਵੀ ਆਪਣੀ ਹੋਵੇ ਤੇ ਫਿਰ ਉਹ ਮੁਲਾਜ਼ਮ ਜਥੇਬੰਦੀਆਂ ਦੇ ਅੱਗੇ ਝੁਕ ਜੇ? ਇਹ ਤਾਂ ਗੱਲ ਹੀ ਮੰਨਣ ਚ ਨਹੀਂ ਆਉਂਦੀ ਕਿ ਅਰਵਿੰਦ ਕੇਜਰੀਵਾਲ ਹੁਣੀ ਆਉਣਗੇ ਔਰ ਜਾ ਕੇ ਅਧਿਆਪਕਾਂ ਨੂੰ ਮਿਲਣਗੇ। ਹੁਣ ਉਹ ਦੌਰ ਤਾਂ ਹੈ ਨਹੀਂ ਕਿ ਜਦੋਂ ਮੋਹਾਲੀ 'ਚ ਧਰਨਾ ਲੱਗਾ ਸੀ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਾ ਕੇ ਅਧਿਆਪਕਾਂ ਦੇ ਧਰਨੇ ਦੇ ਵਿੱਚ ਬੈਠ ਕੇ ਤੇ ਇੰਨੀ ਗੱਲ ਕਹੀ ਸੀ ਕਿ ਅੱਗੇ ਤੋਂ ਅਧਿਆਪਕ ਸਕੂਲਾਂ 'ਚ ਹੋਣਗੇ, ਧਰਨਿਆਂ ਤੇ ਸੜਕਾਂ ਤੇ ਨਹੀਂ ਰੁਲਣਗੇ। ਸੋ ਇਹ ਕਹਿਣੀ ਤੇ ਕਥਨੀ 'ਚ ਬੜਾ ਅੰਤਰ ਹੁੰਦਾ ਸੁਖਵਿੰਦਰ ਜੀ। ਜਦੋਂ ਬੰਦਾ ਸੱਤਾ ਦੇ ਵਿੱਚ ਹੁੰਦਾ ਉਦੋਂ ਉਸਦੇ ਬੋਲ, ਉਸਦੀ ਵਿਚਾਰਧਾਰਾ ਅਲੱਗ ਹੁੰਦੀ ਹੈ। ਜਦੋਂ ਵਿਰੋਧੀ ਧਿਰ 'ਚ ਹੁੰਦਾ ਉਦੋਂ ਉਸਦੀ ਭੂਮਿਕਾ ਜਿਹੜੀ ਅਲੱਗ ਹੁੰਦੀ ਹੈ। ਤੇ ਇਹ ਤਾਂ ਬਿਲਕੁਲ ਸਾਫ਼ ਆ, ਕਿਉਂਕਿ ਉਸ ਵਕਤ ਸ਼ਾਇਦ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਸੀ ਪਤਾ ਕਿ ਲੋਕਾਂ ਦਾ ਇੰਨਾ ਭਰਵਾਂ ਸਹਿਯੋਗ ਉਹਨਾਂ ਨੂੰ ਮਿਲੇਗਾ। ਉਸ ਵੇਲੇ ਵਾਅਦੇਦਾਰ ਵਾਅਦੇ, ਗਰੰਟੀਦਾਰ ਗਰੰਟੀ ਦਿੰਦੇ ਗਏ ਤੇ ਲੋਕੀ ਵੀ ਵਿਸ਼ਵਾਸ ਕਰਦੇ ਗਏ। ਲੋਕੀ ਵਿਸ਼ਵਾਸ ਤਾਂ ਕਰਦੇ ਗਏ ਕਿ ਲੋਕੀ ਉਹਨਾਂ ਦੋ ਰਵਾਇਤੀ ਜਾਂ ਤਿੰਨਾਂ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਉਹਨਾਂ ਨੇ ਸੋਚਿਆ ਕਿ ਚਲੋ ਠੀਕ ਹੈ, ਇਹਨਾਂ ਦਾ ਵਿਸ਼ਵਾਸ ਪ੍ਰਗਟ ਕਰਕੇ ਵੇਖ ਲਓ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੀ ਸ਼ਾਇਦ ਇੰਨੀ ਆਸ ਨਹੀਂ ਸੀ ਹੈਗੀ ਕਿ ਅਸੀਂ ਇੰਨੇ ਬਹੁਮਤ ਨਾਲ ਜਿੱਤ ਜਾਾਂਗੇ, ਸਰਕਾਰ ਸਾਡੀ ਬਣ ਜੂਗੀ। ਉਹ ਵੀ ਵਾਅਦੇ ਦੇਈ ਗਏ, ਜਿਸ ਤਰ੍ਹਾਂ ਲੋਕ ਕਹਿੰਦੇ ਕਿ ਠੀਕ ਆ ਜਦੋਂ ਆਊਗਾ ਫਿਰ ਵੇਖੀ ਜਾਊਗੀ। ਹੁਣ ਉਹ ਸਥਿਤੀ ਜਿਹੜੀ ਹੈ ਸੱਪ ਦੇ ਮੂੰਹ ਦੇ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਕੋਟ ਕਿੰਨੀ ਵਾਰੀ ਬਣੀ ਆ। ਹਰ ਮੁਲਾਜ਼ਮ ਜਥੇਬੰਦੀ ਨਾਲ ਇਹਨਾਂ ਨੇ ਵਾਅਦੇ ਕੀਤੇ, ਚਾਹੇ 25,000 ਜਾਂ 36,000 ਠੇਕਾ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਗੱਲ ਸੀ, ਚਾਹੇ ਪੁਲਿਸ ਦੀ ਨਵੀਂ ਭਰਤੀ ਸੀ, ਚਾਹੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਸੀ। ਉਹਨਾਂ ਦੇ ਵਿੱਚੋਂ ਵਾਅਦੇ ਦਾਅਵੇ ਤਾਂ ਕੀਤੇ ਗਏ, ਪਰ ਉਹਨਾਂ ਦੇ ਵਿੱਚ ਅਜੇ ਤੱਕ ਅਮਲੀ ਰੂਪ ਕਿਸੇ ਨੂੰ ਨਹੀਂ ਦਿੱਤਾ ਗਿਆ। ਤਾਂ ਹੀ ਅਧਿਆਪਕ ਟੈਂਕੀਆਂ ਤੇ ਚੜੇ ਸੰਗਰੂਰ ਦੇ ਵਿੱਚ ਨੀਨਾ ਮਿੱਤਲ ਕੱਲ ਗਏ, ਕੱਲ ਉਹਨਾਂ ਨੂੰ ਥੱਲੇ ਲਿਆਂਦਾ। ਭਗਵੰਤ ਮਾਨ ਦੇ ਬੂਹੇ ਦੇ ਅੱਗੇ ਜਿਹੜੀਆਂ ਜਥੇਬੰਦੀਆਂ ਨੇ ਉਹ ਬੈਠੀਆਂ ਨੇ, ਕੱਲ ਉਹਨਾਂ ਨੇ ਜਾ ਕੇ ਇਹ ਗੱਲ ਕੀਤੀ। ਔਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਕਹਿੰਦਾ ਹੈ ਕਿ ਮੇਰਾ ਹਰਾ ਪਿੰਡ ਚੱਲੇਗਾ, ਮੈਂ ਨੌਕਰੀਆਂ ਕੱਢੀਆਂ। ਉਸ ਹਰੇ ਪਿੰਡ ਨੂੰ ਚੱਲਿਆ ਮੇਰਾ ਖਿਆਲ ਮਹੀਨਾ ਜਾਂ 1.5 ਮਹੀਨਾ ਹੋ ਚੱਲਿਆ। ਪੰਜਾਬ ਪੁਲਿਸ ਦੀ ਜਿਹੜੀ ਭਰਤੀ ਅਜੇ ਤੱਕ ਉਹਨਾਂ ਨੇ ਉਹ ਵੀ ਨਹੀਂ ਕੱਢੀ। 10,000 ਜਿਹੜੀਆਂ ਕਹਿੰਦੇ ਸੀ ਪੋਸਟਾਂ ਸਿਪਾਹੀ ਭਰਤੀ ਕਰਦੇ ਆ, ਅਜੇ ਤੱਕ ਕੋਈ ਨੋਟੀਫਿਕੇਸ਼ਨ ਉਹਦਾ ਜਾਰੀ ਨਹੀਂ ਹੋਇਆ, ਐਲਾਨ ਜਿਹੜਾ ਜ਼ਰੂਰ ਹੋ ਗਿਆ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੋਣਗੀਆਂ, ਇਹਦੇ ਨਾਲ ਸਰਕਾਰ ਤੇ ਕਿਰਦਾਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਦਾ। ਸਰਕਾਰ ਦਾ ਅਸਲ ਕਿਰਦਾਰ ਲੋਕਾਂ ਦੇ ਸਾਹਮਣੇ ਆਉਣ ਲੱਗ ਪਿਆ ਕਿ ਇਹਦੇ ਕੋਲ ਹੈ ਕੁਝ ਨਹੀਂ ਸੀ, ਕੇਵਲ ਗੱਲਾਂ ਦੇ ਲਿਫਾਫੇ ਸਨ ਜਿਹੜੇ ਇਹਨਾਂ ਨੇ ਡਾਏ। ਇਹਦੇ ਵਿਰੁੱਧ ਮਾਫ ਕਰਦਾ, ਇਹਦੇ ਉਲਟ ਜੇਕਰ ਤੁਸੀਂ ਵਿਰੋਧੀ ਪਾਰਟੀਆਂ ਦੀ ਗੱਲ ਕਰੋ, ਵਿਰੋਧੀ ਪਾਰਟੀਆਂ ਸ਼ਾਇਦ ਇਹਨਾਂ ਤੋਂ ਵੀ ਦੋ ਕਦਮ ਅੱਗੇ ਹੋਣਗੀਆਂ। ਪਰ ਉਹਨਾਂ ਦੀ ਇਹ ਭੂਮਿਕਾ ਹੈਗੀ ਹੈ ਕਿਉਂਕਿ ਉਹ ਤਜਰਬੇਕਾਰ ਨੇ, ਪਤਾ ਕਿ ਲੋਕਾਂ ਨੂੰ ਲਾਲੀਪਾਪ ਕਿਵੇਂ ਦੇਣੇ ਆ, ਲੋਕਾਂ ਨਾਲ ਕਿੰਨੇ ਕੁ ਵਾਅਦੇ ਕਰਨੇ ਆ, ਕਿਸ ਤਰੀਕੇ ਨਾਲ ਗੱਲਬਾਤ ਕਰਦੀਆਂ। ਉਹ ਜਿਹੜਾ ਤਜਰਬਾ ਉਹ ਸ਼ਾਇਦ ਇਹਨਾਂ ਕੋਲ ਹੈ ਨਹੀਂ ਆ, ਤਾਂ ਉਹੀ ਤਜਰਬਾ ਇਹਨਾਂ ਦੇ ਮਤਲਬ ਜਿਹੜੀ ਇਹਨਾਂ ਵਾਸਤੇ ਮੁਸੀਬਤ ਬਣਦਾ ਪਿਆ। ਸੋ ਸੁਖਵਿੰਦਰ ਜੀ, ਇਹ ਗੱਲ ਮੈਂ ਤੁਹਾਨੂੰ ਸਪਸ਼ਟ ਰੂਪ ਚ ਕਹਿੰਦਾ, ਕਿਸੇ ਪਾਰਟੀ ਦੀ ਸਰਕਾਰ ਆ ਜੇ, ਕੋਈ ਵੀ ਆ ਜੇ, ਅਕਾਲੀ ਆ ਜਾਣ, ਕਾਂਗਰਸੀ ਆ ਜਾਣ, ਆਮ ਆਦਮੀ ਪਾਰਟੀ ਦੇ ਆ ਜਾਣ, ਲੋਕਾਂ ਨੇ ਛਿੱਤਰ ਹੀ ਖਾਣੇ ਆ। ਇਹਨਾਂ ਕੋਲ ਖਾ ਲਏ ਜਾਂ ਉਹਨਾਂ ਕੋਲ ਖਾ ਲਏ। ਸਥਿਤੀਆਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦੀਆਂ ਬਣਦੀਆਂ ਨੇ ਜੋ ਕੁਝ ਹੋ ਰਿਹਾ। ਇਹਨਾਂ 3 ਮਹੀਨਿਆਂ ਚ ਲੋਕਾਂ ਨੇ ਇਹ ਸੋਚਿਆ ਕਿ ਸ਼ਾਇਦ ਇਨਕਲਾਬ ਕਾਹਦਾ ਹੋਣਾ, ਜ਼ਰੂਰੀ ਨਹੀਂ ਕਿ ਖੱਟੀ ਪੱਗ ਬਣ ਕੇ ਤੁਸੀਂ ਇਨਕਲਾਬ ਲੈ ਆਓਗੇ। ਇਨਕਲਾਬ ਤਾਂ ਹੈ ਕਿ ਜੇ ਲੋਕਾਂ ਨਾਲ ਕੀਤੇ ਵਾਅਦੇ ਸੁਪਨੇ ਪੂਰੇ ਹੋਣ। ਹੁਣ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਆ, ਅੱਜ ਹੈਗਾ, ਕੱਲ ਮੇਰਾ ਖਿਆਲ ਪ੍ਰਚਾਰ ਦਾ ਆਖਰੀ ਦਿਨ ਆ। ਤਾਂ ਅੱਜ ਫਿਰ ਸਾਰੇ ਹੀਲੇ ਵਸੀਲੇ ਜਿਹੜੇ ਆ ਉਹ ਕਰਦੇ ਨੇ, ਬਾਕੀ ਪਾਰਟੀਆਂ ਵੀ ਕਰਦੀਆਂ, ਪਰ ਪੰਜਾਬ ਦੇ ਲੋਕ ਜ਼ਰੂਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਠੱਗੇ ਗਏ ਨੇ। ਉਹ ਭਗਵੰਤ ਮਾਨ ਹੁਣ ਕਹਿੰਦੇ ਨੇ ਕਿ ਕੋਈ ਨਹੀਂ, ਅਜੇ ਵੇਖਿਓ, ਅਗਲਾ ਸਮਾਂ ਆਉਂਦਾ ਅੱਗੇ ਦੱਸਾਂਗੇ। ਚਲੋ ਅਗਲੇ ਸਮੇਂ ਦਾ ਇੰਤਜ਼ਾਰ ਜਿਹੜਾ ਉਹ ਕਰ ਲੈਣਾ ਚਾਹੀਦਾ ਜੀ। ਬਿਲਕੁਲ ਬਿਲਕੁਲ। ਅੱਜ ਪੂਰਾ ਭਾਰਤ ਬੰਦ ਦਾ ਸੱਦਾ ਅਣਖੀ ਸਾਹਿਬ ਦਿੱਤਾ ਗਿਆ ਹੈ। ਭਾਰਤ ਬੰਦ ਹੈ ਅੱਜ। ਇਹ ਅਗਨੀਪਥ ਜਿਹੜਾ ਸਕੀਮ ਇਹਨਾਂ ਨੇ ਚਲਾਈ ਹੈ, ਉਹਦੇ ਕਰਕੇ ਜਿਹੜਾ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਜਿਹੜੇ ਲਗਾਤਾਰ ਵਿਗੜਦੇ ਜਾ ਰਹੇ ਆ। ਪਰ ਫਿਰ ਵੀ ਸਾਫ਼ ਤੌਰ ਤੇ ਇਹ ਗੱਲਾਂ ਹੀ ਕਹੀ ਜਾ ਰਹੀ ਹੈ ਬੀਜੇਪੀ ਦੀ ਕੇਂਦਰ ਸਰਕਾਰ ਕਿ ਅਸੀਂ ਅਗਨੀਪਥ ਸਕੀਮ ਜਿਹੜੀ ਆ ਵਾਪਸ ਨਹੀਂ ਲਵਾਂਗੇ। ਪਹਿਲਾਂ ਇਹ ਵੀ ਖੇਤੀ ਕਾਨੂੰਨਾਂ ਮੌਕੇ ਵੀ ਆਈ ਕਹਿੰਦੇ ਹੁੰਦੇ ਸੀ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਪਰ ਫਿਰ ਉਹਨਾਂ ਨੂੰ ਖੇਤੀ ਕਾਨੂੰਨ ਵੀ ਵਾਪਸ ਲੈਣੇ ਪਏ। ਇੰਨਾ ਨੁਕਸਾਨ ਵੀ ਹੋਇਆ, ਇੰਨਾ ਉੱਥੇ ਭੰਨ ਤੋੜ ਤਾਂ ਚਲੋ ਕਿਸਾਨਾਂ ਨੇ ਨਹੀਂ ਕੀਤੀ, ਪਰ ਜਿਹੜੇ 700-800 ਕਿਸਾਨ ਸ਼ਹੀਦ ਹੋ ਗਏ ਤੇ ਹੁਣ ਨੁਕਸਾਨ ਬਹੁਤਾ ਜ਼ਿਆਦਾ ਹੋ ਰਿਹਾ ਤੇ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ, ਪਰ ਫਿਰ ਵੀ ਝੁਕਣ ਨੂੰ ਤਿਆਰ ਨਹੀਂ। ਪਹਿਲਾਂ ਝੁਕੀ ਹੈ ਤੇ ਹੋ ਸਕਦਾ ਕਿ ਇੱਥੇ ਵੀ ਆਉਣ ਵਾਲੇ ਦਿਨਾਂ ਝੁਕਣਾ ਪੈ ਜਾਵੇ। ਤਾਂ ਫਿਰ ਜਿੱਦ ਕਿਉਂ? ਜਿਨ੍ਹਾਂ ਵਾਸਤੇ ਇਹ ਸਕੀਮ ਹੈ ਜੀ ਉਹੀ ਰਾਜੀ ਨਹੀਂ, ਤਾਂ ਫਿਰ ਬੈਕਫੁੱਟ ਤੇ ਸਰਕਾਰ ਜਾਣ ਤੋਂ ਡਰਦੀ ਹੈ ਜਾਂ ਫਿਰ ਜਾਣਬੁੱਝ ਕੇ ਕੋਈ ਇਹਦੇ ਵਿੱਚ ਕੋਈ ਗੱਲ ਹੈ? ਸੁਖਵਿੰਦਰ ਜੀ, ਅਸਲ 'ਚ ਸਰਕਾਰ ਦੀ ਜਿਹੜੀ ਯੋਜਨਾ ਹੁੰਦੀ ਹੈ ਨਾ, ਕੋਈ ਵੀ ਜਿਹੜੀ ਪਲੈਨਿੰਗ ਉਹ ਕਿਸੇ ਹੋਰ ਤਰੀਕੇ ਦੀ ਹੁੰਦੀ ਆ ਕਿ ਕਿਸੇ ਇੱਕ ਏਜੰਡੇ ਦੇ ਤਹਿਤ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਪਾਲਿਸੀ ਇਹੋ ਜਿਹੀਆਂ ਲਿਆਂਦੀਆਂ ਜਾਂਦੀਆਂ ਨੇ। ਤੇ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਏਜੰਡੇ ਦੇ ਤਹਿਤ ਇਸ ਪਾਲਿਸੀ ਨੂੰ ਲਾਗੂ ਕਰਨਾ
ਤਾਂ ਘੱਟ ਤੋਂ ਘੱਟ ਫਿਰ ਲੋਕਾਂ ਦੇ ਵਿੱਚ ਜਾਂ ਇਹਦੇ ਨਾਲ ਸੰਬੰਧਿਤ ਲੋਕ ਜਿਹੜੇ ਇਸ ਦੇ ਘੇਰੇ ਵਿੱਚ ਆਉਣੇ ਆ, ਉਹਨਾਂ ਦੀ ਸੰਤੁਸ਼ਟੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਅਗਨੀਪਥ ਯੋਜਨਾ ਦੇ ਅੰਤਰਗਤ ਤੁਸੀਂ ਕੀ ਬੈਨੀਫਿਟ ਦੇ ਰਹੇ ਜੇ, ਕੀ ਦੇ ਰਹੇ ਜੇ, ਠੀਕ ਆ, ਸਰਕਾਰ ਆਪਣੇ ਪੱਖ ਤੋਂ ਆਪਣੇ ਦ੍ਰਿਸ਼ਟੀਕੋਣ ਤੋਂ ਠੀਕ ਹੋ ਰਹੀ ਹੈ, ਹੋ ਸਕਦੀ ਹੈ, ਪਰ ਦੂਜੇ ਪਾਸੇ ਜਿਹੜੇ ਸੰਬੰਧਿਤ ਲੋਕ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਇਹਦੇ ਵਿੱਚ ਲਾਉਣਾ, ਉਹਨਾਂ ਦੀ ਸੈਟੀਸਫੈਕਸ਼ਨ ਜ਼ਰੂਰੀ ਆ। ਹੁਣ ਸਰਕਾਰ ਜਿਸ ਤਰੀਕੇ ਨਾਲ ਇੰਨੀ ਗੱਲ ਕਹਿ ਰਹੀ ਕਿ 11 ਲੱਖ ਉਹਨਾਂ ਦੇ ਅਕਾਊਂਟ 'ਚ ਹੋਏਗਾ, ਕਰਜ਼ੇ ਦੀ ਸਹੂਲਤ ਹੋਏਗੀ, ਇਹ ਹੋਏਗਾ, ਉਹ ਹੋਏਗਾ, ਆਫਟਰ ਪਰ ਉਹਨੂੰ 4 ਸਾਲ ਬਾਅਦ ਉਹਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਵੇਗਾ। ਹੁਣ 21 ਸਾਲਾਂ 'ਚ ਬੰਦਾ ਭਰਤੀ ਹੁੰਦਾ, 25 ਸਾਲਾਂ 'ਚ ਬੰਦਾ ਰਿਟਾਇਰ ਹੋ ਜਾਂਦਾ, 25 ਸਾਲਾਂ ਦੀ ਉਮਰ 'ਚ ਕਈਆਂ ਲੋਕਾਂ ਦੇ ਵਿਆਹ ਵੀ ਹੁੰਦੇ। ਜਦੋਂ ਉਹ ਬਾਹਰ ਆਊਗਾ ਤਾਂ ਇੱਕ ਤਾਂ ਸਭ ਤੋਂ ਪਹਿਲਾਂ 25 ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋ ਕੇ ਜਦੋਂ ਉਹ ਘਰ ਪਰਤਦਾ ਤਾਂ ਉਹਦੇ ਕੋਲ ਕੀ ਹੈ, ਨੌਕਰੀ ਉਹਦੇ ਕੋਲ ਕੋਈ ਨਹੀਂ। ਦੂਜੇ ਪਾਸੇ ਉਹਨੂੰ ਕਰਜ਼ਾ ਨਾਲ ਹੀ ਦੱਸ ਦਿੱਤਾ ਗਿਆ ਕਿ ਹਾਂ ਵੀ ਕਾਕਾ, ਜਿਸ ਤਰ੍ਹਾਂ ਫੌਜੀ ਕੋਈ ਵੀ ਰਿਟਾਇਰ ਹੋ ਕੇ ਆਉਂਦਾ ਮਾਫ ਕਰਦਾ, ਸਾਡੇ ਦਰਸ਼ਕ ਕਈ ਵੀ ਫੌਜੀ ਵੀਰ ਵੀ ਹੋਣਗੇ, ਬੜਾ ਸਨਮਾਨ ਹੈ। ਕਈ ਸਾਬਕਾ ਮਤਲਬ ਜਦੋਂ ਵੀ ਕੋਈ ਫੌਜੀ ਸਾਬਕਾ ਰਿਟਾਇਰ ਹੋ ਕੇ ਆਉਂਦਾ, ਪਿੰਡ 'ਚ ਉਹਨੇ 2 ਕੰਮ ਕਰਦੇ ਹੁੰਦੇ, ਜਾਂ ਤਾਂ ਉਹਨੇ ਚੱਕੀ ਲਾਉਣੀ ਹੁੰਦੀ ਆ, ਜਾਂ ਆਟੇ ਚੱਕੀ ਲਾਣੀ, ਤੇ ਜਾਂ ਉਹਨੇ ਹੋਰ ਕੋਈ ਛੋਟਾ ਮੋਟਾ ਜਿਹੜਾ ਕੰਮ ਕਰ ਲਿਆ। ਹੁਣ ਉਹ ਜਿਹੜਾ ਕੰਮ ਜਦੋਂ ਕਰੂਗਾ ਆਣ ਕੇ ਤਾਂ ਉਹ ਕਰਜ਼ਾ ਲਵੇਗਾ ਬੈਂਕ 'ਚੋਂ, ਕਰਜ਼ੇ ਦਾ ਬੋਝ ਵੱਖਰਾ। ਉਸ ਤੋਂ ਬਾਅਦ ਫਿਰ ਜਦੋਂ ਕੰਮ ਚੱਲਦਾ ਨਹੀਂ ਚੱਲਦਾ, ਫਿਰ ਵੱਖ-ਵੱਖ ਭਰਤੀਆਂ ਸ਼ੁਰੂ ਕਰੇਗਾ। ਉਹ ਵਿਅਕਤੀ ਜਿਹੜਾ, ਉਹ ਨੌਜਵਾਨ ਜਿਹਨੇ 18 ਜਾਂ 19 ਸਾਲ ਦੀ ਉਮਰ 'ਚ ਜਾਂ 20 ਸਾਲ ਦੀ ਉਮਰ 'ਚ ਇੱਕ ਨੌਕਰੀ ਫੌਜ ਦੀ ਕਰਕੇ ਤੇ 35 ਸਾਲ ਦੀ ਉਮਰ ਤੱਕ ਨੌਕਰੀ ਕਰਦੀ ਤੇ ਆਪਣਾ ਭਵਿੱਖ ਜਿਹੜਾ ਸੁਰੱਖਿਅਤ ਕਰ ਦੇਣਾ ਸੀ, ਉਹ 25 ਸਾਲਾਂ ਦੀ ਉਮਰ ਦੇ ਵਿੱਚ ਹੀ ਇਹੋ ਜਿਹੀ ਬੇਰੁਜ਼ਗਾਰੀ ਦੇ ਚੱਕਰ 'ਚ ਪਏਗਾ ਕਿ ਉਹ ਨੌਕਰ ਵੀ ਹੋਏਗਾ ਪਰ ਸਾਬਕਾ ਹੋਏਗਾ, ਪਰ ਇਹਦੇ ਨਾਲ ਹੀ ਨਾਲ ਉਹਦੇ ਉੱਤੇ ਕਰਜ਼ੇ ਦਾ ਬੋਝ ਵੀ ਹੋਊਗਾ ਤੇ ਉਸ ਦਾ ਸੰਘਰਸ਼ ਜਿਹੜਾ ਨੌਕਰੀ ਪ੍ਰਾਪਤੀ ਵਾਸਤੇ ਸਾਰਾ ਜੀਵਨ ਚੱਲੇਗਾ। ਤਾਂ ਇਹ ਦੂਜੇ ਹਿੱਤ ਜਿਹੜਾ ਦੂਜੇ ਪੱਖ ਦਾ ਪ੍ਰਸ਼ਨ ਹੈਗਾ। ਤੇ ਜਦੋਂ ਸਰਕਾਰੀ ਧਿਰ ਕਹਿੰਦੀ ਹੈ ਕਿ ਨਹੀਂ, ਅਸੀਂ 25% ਜਿਹੜੇ ਉਹ ਰੱਖਣੇ ਆ, ਬਾਕੀ 75% ਘਰ ਨੂੰ ਉੜ ਦੇਣੇ ਆ, ਸਾਡਾ ਮੁੱਦਾ ਫੌਜ ਨੂੰ ਜਵਾਨ ਰੱਖਣ ਦਾ ਹੈਗਾ। ਹੁਣ ਇਹ ਜਿਹੜਾ ਜਵਾਨ ਰੱਖਣ ਦਾ ਜਿਹੜਾ ਚੇਤਾ, ਇਹ ਠੀਕ ਦੇਸ਼ ਦੇ ਆਜ਼ਾਦ ਹੋਣ ਦੇ 75 ਸਾਲ ਬਾਅਦ ਹੀ ਹੋਣਾ ਸੀ। ਸੋ ਬਹੁਤ ਕੁਝ ਇਸ ਅਗਨੀਪਥ ਯੋਜਨਾ ਵਿੱਚ ਲੁਕਿਆ ਵੀ ਆ। ਉਸ ਦਿਨ ਤੁਸੀਂ ਮੇਰੇ ਨਾਲ ਨਹੀਂ ਸੀ ਹੈਗੇ, ਅਸੀਂ ਉਦੋਂ ਗੱਲ ਕੀਤੀ ਸੀ ਕਿ ਜਿਹੜਾ ਵੱਡਾ ਆਬਜੈਕਸ਼ਨ ਜਿਹੜਾ ਉਹ ਅਗਨੀਵੀਰ ਤੇ ਹੋ ਸਕਦਾ। ਜਿਹੜਾ ਵੀਰ ਸ਼ਬਦ ਆ ਉਹ ਇੱਕ ਖਾਸ ਏਜੰਡੇ ਦੇ ਤਹਿਤ ਉਹ ਨਾਲ ਜੋੜਿਆ ਗਿਆ। ਹੁਣ ਏਜੰਡਾ ਕੀ ਹੈ ਸਾਰੇ ਲੋਕ ਜਾਣਦੇ ਆ। ਵੀਰ ਸ਼ਬਦ ਠੀਕ ਹੈ, ਹਿੰਦੀ ਦੇ ਵਿੱਚ ਅਸੀਂ ਬਹਾਦਰ ਨੂੰ ਕਹਿ ਸਕਦੇ ਹਾਂ, ਪਰ ਵੀਰ ਸ਼ਬਦ ਜਿਹੜਾ ਹਿੰਦੂ ਨੂੰ ਇੰਡੀਕੇਟ ਕਰਦਾ, ਹਿੰਦੂ ਵਰਗ ਦੀ ਜਿਹੜੀ RSS ਦੀ ਪਾਲਿਸੀ ਹੈ। ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਜਦੋਂ ਸਾਹਿਬਜ਼ਾਦਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਜਨਮ ਦਿਨ, ਮਾਫ ਕਰਨਾ, ਸ਼ਹੀਦੀ ਸਮਾਗਮ ਹੁੰਦਾ 26 ਦਸੰਬਰ ਦੇ ਵਿੱਚ, ਤਾਂ ਸ਼ਹੀਦੀ ਸਪਤਾਹ ਮਨਾਇਆ ਜਾਂਦਾ, ਤਾਂ ਉਸ ਵਕਤ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜਾਂ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਵੀਰ ਬਾਲ ਦਿਵਸ, ਵੀਰ ਬਾਲ ਸਪਤਾਹ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ 2 ਸ਼ਬਦਾਂ ਤੇ ਇਤਰਾਜ਼ ਕੀਤਾ ਸੀ। ਸੋ ਇਹੋ ਜਿਹੀਆਂ ਬੜੀਆਂ ਚੀਜ਼ਾਂ ਨੇ ਲੁਕੀਆਂ ਜਿਹਨੂੰ ਵੇਖ ਕੇ ਵਿਰੋਧੀ ਪਾਰਟੀਆਂ ਸ਼ਾਇਦ ਇਸੇ ਹਾਲਾਤਾਂ ਨੂੰ, ਕਿਉਂਕਿ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਵਿਰੋਧ ਕਰਨ ਵਾਲਿਆਂ ਦੇ ਪਿੱਛੇ ਵਿਰੋਧੀ ਧਿਰਾਂ ਨੇ, ਹੋ ਸਕਦਾ ਵਿਰੋਧੀ ਧਿਰਾਂ ਨੂੰ, ਪਰ ਇਹੋ ਜਿਹਾ ਮੁੱਦਾ ਤੁਸੀਂ ਦਿਓ ਹੀ ਨਾ। ਜਦੋਂ ਕਿਸਾਨਾਂ ਦੇ ਮੁੱਦੇ ਦੀ ਗੱਲ ਆਈ ਤਾਂ ਕਿਸਾਨਾਂ ਦੇ ਮੁੱਦੇ ਵੱਲੋਂ ਵੀ ਕਿਹਾ ਜਾਂਦਾ ਕਿ ਵਿਰੋਧੀ ਧਿਰਾਂ ਨੂੰ ਧੱਕਾ ਰਹੀ ਆ। ਦੇਖੋ, ਵਿਰੋਧੀ ਉਹਨਾਂ ਤੇ ਭੜਕਾਉਣਾ ਹੀ ਭੜਕਾਉਣਾ। ਜਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਵਿੱਚ ਸੀ ਤਾਂ ਇਹ ਵੀ ਉਹੋ ਹੀ ਕੰਮ ਕਰਦੀ ਰਹੀ ਆ। ਸੋ ਇਹ ਚੀਜ਼ ਤੋਂ ਇਲਾਵਾ ਰਾਜਨੀਤਿਕ ਸਿਆਸੀ ਲਾਹੇ ਲੈਣ ਦੀ ਬਜਾਏ ਇਹ ਚਾਹੀਦਾ ਕਿ ਉਹ ਨੌਜਵਾਨ ਜਿਹੜੇ ਅਗਨੀਪਥ ਯੋਜਨਾ ਦੇ ਅੰਤਰਗਤ ਭਰਤੀ ਹੋ ਰਹੇ ਨੇ, ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਦਿੱਤਾ ਜਾਵੇ, ਸੁਰੱਖਿਅਤ ਜੀਵਨ ਦਿੱਤਾ ਜਾਵੇ, ਜਾਂ ਇੱਕ ਸੁਰੱਖਿਆ ਦੇ ਲਿਹਾਜ਼ ਨਾਲ ਪੂਰਾ, ਜਿਹਦੇ ਵਿੱਚ ਉਹ ਸੁੱਖ ਤੇ ਚੈਨ ਨਾਲ ਨੌਕਰੀ ਕਰਨ ਤੋਂ ਬਾਅਦ ਵੀ ਆਪਣੇ ਪਰਿਵਾਰ ਨੂੰ ਠੀਕ ਤਰੀਕੇ ਨਾਲ ਪਾਲ ਸਕਣ। ਇਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ। ਨਹੀਂ ਤਾਂ ਜਿਹੜਾ ਅੱਜ ਭਾਰਤ ਬੰਦ ਆ, ਇਹ ਭਾਰਤ ਬੰਦ ਅੱਜ ਦੀ ਕਾਲ ਜਿਹੜੀ ਅੱਜ ਦਿੱਤੀ ਗਈ ਆ, ਇਹ ਏਡੀ ਛੇਤੀ ਰੋਕਣ ਵਾਲਾ ਪ੍ਰੋਸੀਜਰ ਨਹੀਂ ਹੈ, ਕਿਉਂਕਿ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਆ ਆਪਣੇ ਅਸੀਂ ਕਹਿ ਸਕਦੇ ਰਵੱਈਏ ਤੇ ਅੜੀ ਆ। ਉਹਨੇ ਕਿਹਾ ਨਾਲ ਹੀ ਭਰਤੀ ਸ਼ੁਰੂ ਕਰ ਦਿੱਤੀ, ਨੋਟੀਫਿਕੇਸ਼ਨ ਵੀ ਜਾਰੀ ਕਰਤਾ, ਤੇ ਦੂਜੇ ਪਾਸੇ ਵਿਰੋਧ ਜਿਹੜਾ ਵੱਡੇ ਪੱਧਰ ਤੇ ਹੋਣਾ ਸ਼ੁਰੂ ਹੋ ਗਿਆ। ਇਹ ਹੁਣ ਵਿਰੋਧ ਕਿੱਧਰ ਨੂੰ ਜਾਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸੋ ਸਰਕਾਰ ਨੂੰ ਇਹ ਗੱਲ ਚਾਹੀਦੀ ਹੈ ਕਿ ਇਹ ਵਿਰੋਧ ਹੋਰ ਅੱਗ ਨਾ ਫੜੇ, ਇਸ ਨੂੰ ਗੱਲ ਨੂੰ ਹੁਣੇ ਹੀ ਇੱਥੇ ਹੀ ਸਮਾਪਤ ਕਰਕੇ ਕੋਈ ਵਿਚਕਾਰਲਾ ਰਸਤਾ, ਅਜਿਹਾ ਰਸਤਾ ਕੱਢ ਲੈਣਾ ਚਾਹੀਦਾ ਜਿਹਦੇ ਨਾਲ ਸਰਕਾਰ ਦੀ ਆਨ ਵੀ ਬਚੀ ਰਹੇ ਤੇ ਨੌਜਵਾਨਾਂ ਦਾ ਪੱਖ ਵੀ ਜਿਹੜਾ ਪੂਰਿਆ ਜਾਵੇ। ਜੀ ਬਿਲਕੁਲ ਬਿਲਕੁਲ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।